ਥੈਂਕ ਯੂ ਜੀ, ਇੰਨੀ ਵਧੀਆ ਇੰਟਰੋਡਕਸ਼ਨ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲੇ ਮੈਂ ਦਿੱਲੀ ਐਜੂਕੇਸ਼ਨ ਕਰ ਰਿਹਾ ਸੀ, ਮੈਂ ਪੜ੍ਹਾਈ ਕਰ ਰਿਹਾ ਸੀ ਦਿੱਲੀ ਇਕਨੋਮਿਕਸ ਆਨਰਸ। ਤਦ ਮੈਂ ਮੋਡਲਿੰਗ 'ਚ ਟਰਾਈ ਕੀਤਾ। ਲੈਡ ਐਗਜ਼ਾਮਨ ਨਾਰਥ ਇੰਡੀਆ ਵਿਨਰ ਸੀ ਮੈਂ 2001 में नॉर्थ इंडिया विनर। तो उसके बाद मैं बॉम्बे चला गया। मैं क्या चलो बॉम्बे जाके कुछ करिए, कोई प्लेटफॉर्म मिले। अपनी ग्रेजुएशन कंप्लीट की, मैं बॉम्बे चला गया। जानते ही थोड़े महीना बाद मैंने ब्रेक मिल गया कसौटी ज़िंदगी की। तो कसौटी ज़िंदगी की उसमें मेरा था किरदार सुब्रोतो का था। सुब्रोतो वो किया, वो छोड़ा। उसके बाद मुझे कश्मीर मिल गया। कश्मीर के बाद जीत, देश में निकला होगा चांद, रेत, वो रहने वाली महलों की, लेफ़्ट राइट लेफ़्ट, उसके बाद एक के बाद तमाम सियाह के राम, मेरी दुर्गा। तो एक के बाद एक चीज़ें चलती रही। महाराणा प्रताप। ਵੱਡਾ ਬ੍ਰੇਕ ਜਿਹਨੂੰ ਅਸੀਂ ਕਹੀਏ, ਤੁਹਾਨੂੰ ਵੀ ਲੱਗਾ ਕਿ ਨਹੀਂ ਇਹ ਵਾਲਾ ਬ੍ਰੇਕ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਬ੍ਰੇਕ ਹੈ? वो तो आने वाला है। अच्छा। वो आऊगा। वो कहते ने पौड़ी पौड़ी चढ़ते जाओ, जय माता दी करते जाओ। वही गल है। नॉर्थ इंडिया का मंच था और जो पूरे इंडिया का पूरा मंच था, मैं जो उस पर खड़ा था उसमें मेरी इंट्रोडक्शन यही थी, आई एम अंकुर नैयर फ्रॉम पठानकोट पंजाब। तो आई एम अ प्रोवर्बियल डार्क हॉर्स, यू बेट ऑन मी एंड आई एश्योर आई विल नॉट लेट यू डाउन। मैं हमेशा यही कहता रहा हूँ जहाँ मैं गया हूँ, आई एम फ्रॉम पठानकोट पंजाब। तो मतलब वो एक अलग ही अपने को आपको अच्छा लगता है यार, अब अपने शहर के लिए कुछ कर रहे हो। तो माइंडसेट चेंज होने की वजह से है कि आसपास आप चीज़ें देखते हो, शहर में उसी हिसाब से डेवलपमेंट होती है। अभी मैं वही देख रहा था, जैसे ढांगू रोड अपनी, मुझे लग रहा है आने वाले 2-3 सालों में ढांगू रोड का तो नक्शा बदल जाएगा। ਅਗਰ ਤੁਹਾਡਾ ਕੰਟਰੀਬਿਊਸ਼ਨ ਮੈਂ ਕਹਾਂ ਕਿ ਅਗਰ ਤੁਹਾਡੇ ਕੋਲ ਕੋਈ ਆ ਕੇ ਅੱਛਾ ਆਰਟਿਸਟ ਹੈਲਪ ਮੰਗਦਾ ਹੈ ਤੇ ਕੀ ਉਮੀਦ ਕਰਨ ਪਠਾਨਕੋਟ ਦੇ ਸਟੂਡੈਂਟਸ ਜਾਂ ਪਠਾਨਕੋਟ ਦੇ ਆਰਟਿਸਟ? नहीं देखिए, जे मेरे कोल कोई आएगा, जे किसी ਨੂੰ हेल्प चाहिए हुई, ਜਿਹੜਾ ਮੇਰਾ ਕੰਟੈਕਟ ਹੈ ਕੁਛ ਹੈ, ਮੈਂ ਤੇ ਡੈਫੀਨਿਟਲੀ ਉਹਨਾਂ ਦੇ ਨਾਲ ਗੱਲ ਕਰਾਂਗਾ। ਅੱਜ ਜਿਹੜੇ ਬੱਚੇ ਜਾਂਦੇ ਨੇ, ਹੁਣ ਜ਼ਿਆਦਾ ਸਟਰਗਲ ਔਖੀ ਹੈ ਜਾਂ ਉਦੋਂ ਜ਼ਿਆਦਾ ਔਖੀ ਸੀਗੀ? ਜਿਹੜੇ ਫਿਲਮ ਸਿਟੀਜ਼ ਵਗੈਰਾ ਦੇ ਚੱਕਰ ਲਗਾਣੇ ਜਾਂ ਡਾਇਰੈਕਟਰਸ ਦੇ, ਪ੍ਰੋਡਿਊਸਰਸ ਦੇ, ਉਦੋਂ ਜ਼ਿਆਦਾ ਟਫ ਸੀਗਾ, ਅੱਜ ਦਾ ਟਫ? ਹੁਣ ਕੀ ਹੋ ਗਿਆ, ਹੁਣ ਐਵੇਨਿਊਜ਼ ਇੰਨੇ ਜ਼ਿਆਦਾ ਹੋ ਗਏ ਨੇ, ਪਲੇਟਫਾਰਮ ਇੰਨੇ ਜ਼ਿਆਦਾ ਹੋ ਗਏ। ਤੁਸੀਂ ਜੇ ਬਹੁਤ ਸਾਰਾ ਕੰਮ ਵੀ ਕੀਤਾ ਕਈ ਵਾਰੀ, ਫਿਰ ਵੀ ਕਈ ਵਾਰੀ ਲੋਕਾਂ ਨੂੰ ਨਹੀਂ ਪਤਾ ਚੱਲਦਾ ਕਿ ਯਾਰ ਨਹੀਂ, ਕਿਤੇ OTT 'ਚ, ਕਿਤੇ ਨੈਟਫਲਿਕਸ 'ਚ, ਕਿਤੇ ਉੱਥੇ, ਉਹ ਕਨਫਿਊਜ਼ਨ ਹੋ ਗਈ ਹੈ। ਚੈਨਲ ਵੀ ਤੁਹਾਡੇ ਇੰਨੇ ਚੈਨਲ ਹੋ ਗਏ ਨੇ, ਤੁਹਾਡੇ OTT ਵੀ ਬੜੀ ਹੋ ਗਈ ਹੈ, ਤੇ ਹਰ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਨੇ। ਤੁਹਾਡੇ ਪ੍ਰੋਜੈਕਟ ਨੈਕਸਟ ਜਿਹੜੇ ਆਉਣ ਵਾਲੇ ਕਿਹੜੇ ਨੇ, ਸਾਡੇ ਦਰਸ਼ਕਾਂ ਨੂੰ ਪਤਾ ਲੱਗੇ, ਜਿਹੜੇ ਜਿਨ੍ਹਾਂ 'ਤੇ ਤੁਸੀਂ ਕੰਮ ਕਰ ਰਹੇ ਹੋ ਜਾਂ ਪਲੈਨਿੰਗ ਚੱਲ ਰਹੀ ਹੈ? ਜੀ ਅੱਜਕੱਲ ਮੈਂ ਜਿਹੜਾ ਕੰਮ ਕਰ ਰਿਹਾ, ਅੱਜਕੱਲ ਮੈਂ ਕਰ ਰਿਹਾ ਹੈ ਹੌਟਸਟਾਰ ਦੀ ਸੀਰੀਜ਼ ਹੈਗੀ ਹੈ, ਡਿਜ਼ਨੀ ਹੌਟਸਟਾਰ ਉਹਦੀ ਸੀਰੀਜ਼ ਹੈ, तो ਉਹਦੇ 'ਤੇ ਕੰਮ ਚੱਲ ਰਿਹਾ है। अगर आपको हिंदी इंडस्ट्री में कुछ करना है तो आपका हब तो मुंबई ही है। आप पंजाबी इंडस्ट्री कर रहे हो तो हब पंजाब। आप अगर फिल्मों में जाना चाहते हो, सीरियल्स में जाना चाहते हो, आजकल तो ये हो गया, चलो आजकल ये है कि प्लेटफॉर्म बहुत बढ़ गया है। ਕਿਸ ਤਰ੍ਹਾਂ ਦੀ ਲੁੱਕ ਦੇਖਣ ਨੂੰ ਮਿਲੇ, ਕਿਸ ਤਰ੍ਹਾਂ ਦਾ ਰੋਲ ਦੇਖਣ ਨੂੰ ਮਿਲਿਆ? ਹਲਕਾ ਜਿਹਾ, ਪੂਰਾ ਤਾਂ ਨਹੀਂ ਤੁਸੀਂ ਦੱਸ ਸਕਦੇ, ਪਰ ਕਿਸ ਤਰ੍ਹਾਂ ਮਤਲਬ ਫਲੇਵਰ ਚੇਂਜ ਹੋਏਗਾ ਕੋਈ ਜਾਂ ਪਹਿਲਾਂ ਤੁਸੀਂ ਕਰ ਚੁੱਕੇ ਹੋ? नहीं वो अलग ही है। हाँ, बिल्कुल थोड़ा जंगला च है, उस तरह का है, अलग टाइप का फ्लेवर है, मोर नैचुरल साइड है। ਵੈਬ ਮੇਰੀ ਵੀ ਵੈਬ ਤੇ ਜਾਣ ਲਈ ਇੱਕ ਪਹਿਲੀ ਸੀੜੀ ਹੈ। ਕਿਆ ਹੁਣ ਇਸ ਤਰ੍ਹਾਂ ਦਾ ਕੋਈ ਮਾਹੌਲ ਉੱਥੇ ਹੈ ਕਿ ਉਸ ਲੈਵਲ ਦੇ ਪੈਸੇ ਨਾ ਲੱਗਦੇ ਹੋਣ, ਅਗਰ ਟੈਲੈਂਟ ਹੈ ਤੇ ਨੰਬਰ ਆ ਜਾਏਗਾ? ਨਹੀਂ ਦੇਖੋ, ਤੁਹਾਨੂੰ ਸਟਰਗਲ ਤਾਂ ਉਹੀ ਹੈ, ਉਹ ਤਾਂ ਤੁਹਾਨੂੰ ਕਰਨੀ ਪੈਣੀ ਹੈ। ਦੇਖੋ ਕਿੰਨੇ ਲੋਕੀ ਹੈਗੇ ਨੇ ਜੋ 10-10 ਸਾਲ 15-15 ਸਾਲ ਸਟਰਗਲ ਕਰਦੇ ਨੇ, ਉਹਦੇ ਬਾਅਦ ਜਦ ਬ੍ਰੇਕ ਮਿਲਦਾ ਤਾਂ ਵਾਹ ਬਈ ਵਾਹ। ਜੈ ਹਿੰਦ ਦੋਸਤੋ, TNN ਦੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹਿਰ ਦੀ ਹਰ ਅਪਡੇਟ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਏ। ਜਿੱਥੇ ਅਸੀਂ ਰਾਜਨੀਤਿਕ, ਆਰਥਿਕ, ਸਮਾਜਿਕ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਉੱਥੇ ਅਸੀਂ ਐਂਟਰਟੇਨਮੈਂਟ ਦੀ ਵੀ ਕੋਈ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਨਹੀਂ ਭੁੱਲਦੇ। ਤੇ ਇਸ ਵੇਲੇ ਪਠਾਨਕੋਟ ਦੇ ਵਿੱਚ, ਪਠਾਨਕੋਟ ਦੇ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਇੱਕ ਐਸਾ ਚਿਹਰਾ ਜਿਹੜਾ ਕਿ ਮੁੰਬਈ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਹੈ ਔਰ ਸੀਰੀਅਲਸ ਦੇ ਵਿੱਚ ਕੰਮ ਕਰ ਰਿਹਾ ਹੈ ਔਰ ਇਸ ਵੇਲੇ ਉਹ ਪਠਾਨਕੋਟ ਦੇ ਵਿੱਚ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਨਾਲ ਜ਼ਰੂਰ ਉਹਨਾਂ ਨੂੰ ਰੂਬਰੂ ਕਰਾਇਆ ਜਾਏ। ਅਸੀਂ ਗੱਲ ਕਰ ਰਹੇ ਹਾਂ ਅੰਕੁਰ ਨਈਅਰ ਜੀ ਦੀ, ਜੋ ਅੱਜ ਕੱਲ੍ਹ ਪਠਾਨਕੋਟ ਦੇ ਵਿੱਚ ਹੀ ਨੇ। ਅੰਕੁਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ TNN ਦੇ ਵਿੱਚ। ਥੈਂਕ ਯੂ ਜੀ, ਇੰਨੀ ਵਧੀਆ ਇੰਟਰੋਡਕਸ਼ਨ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅੰਕੁਰ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਹੁਣ ਤੁਸੀਂ ਪਠਾਨਕੋਟ ਆਏ ਹੋ, ਕਾਫੀ ਦੇਰ ਹੋਈ ਤੁਹਾਨੂੰ ਪਠਾਨਕੋਟ ਛੱਡੇ ਹੋਏ, ਕਿਉਂਕਿ ਇਸ ਵੇਲੇ ਜ਼ਿਆਦਾ ਲਾਈਫ ਤੁਹਾਡੀ ਉੱਥੇ ਬੀਤ ਰਹੀ ਹੈ। ਪਹਿਲਾਂ ਤਾਂ ਫਰਕ ਦੱਸੋ ਕਿ ਪਠਾਨਕੋਟ ਦਾ ਤੇ ਇਸ ਵੇਲੇ ਦਾ ਕੀ ਫਰਕ ਹੈ ਮੁੰਬਈ ਦੇ ਵਿੱਚ? ਪਠਾਨਕੋਟ ਤਦ ਦਾ ਤੇ ਪਠਾਨਕੋਟ ਜੀ ਇੰਨੀ ਦੇਰ ਬਾਅਦ ਤੁਸੀਂ ਪਠਾਨਕੋਟ ਆਏ ਹੋ ਤੇ ਕੀ ਫਰਕ ਹੈ? ਪਠਾਨਕੋਟ ਮੈਨੂੰ ਬੰਬੇ ਗਏ 20 ਸਾਲ ਹੋ ਗਏ ਨੇ,
ਪਿਛਲੇ ਸਾਲ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਸੀ ਕਿ ਮੈਂ ਇੰਨੇ ਲੰਬੇ ਟਾਈਮ ਲਈ ਪਠਾਨਕੋਟ ਆਇਆ ਸੀ ਲੋਕਡਾਊਨ ਦੇ ਚੱਕਰ 'ਚ ਅਸੀਂ ਆ ਗਏ ਸੀ 4-5 महीने पठानकोट ही सी पठानकोट इस टाइम पे जो चेंज है वो आज तक कभी ऐसा मतलब इस टाइप का चेंज मुझे लगा नहीं पठानकोट में जो डेवलपमेंट हो रही हैं जैसे मैं अगर 20 साल से मैं गया हूँ उस टाइम पे तद लगता सी कि यार पठानकोट 'ਚ ਨਾ ਇੰਨੀ ਵਧੀਆ ਲਾਈਫ ਨਹੀਂ ਹੈਗੀ ਤੁਹਾਡੇ ਲਈ ਕਰਨ ਲਈ ਕੁਝ ਖਾਸ ਨਹੀਂ ਹੈਗਾ ਪਰ ਹੁਣ ਤੁਸੀਂ ਵੇਖਦੇ ਹੋ ਹੁਣ ਤੁਹਾਨੂੰ ਲੱਗਦਾ ਹੈ ਯਾਰ ਆਸ-ਪਾਸ ਡਿਵੈਲਪਮੈਂਟ ਹੋ ਰਹੀ ਹੈ ਲੋਕਾਂ ਦਾ ਮਾਈਂਡਸੈਟ ਬਦਲ ਗਿਆ ਹੈ ਲੋਕਾਂ ਦੀ ਐਜੂਕੇਸ਼ਨ ਸਿਸਟਮ ਬੜੇ ਲੋਕੀ ਹੈਗੇ ਨੇ ਜੋ ਅੱਛੀ ਤਰ੍ਹਾਂ ਪੜ੍ਹਾਈ ਲਿਖਾਈ ਕਰਕੇ पठानकोट आ गए ने वो वापस पठानकोट आ गए ने पठानकोट अपना काम कर रहे हैं उससे उनका भी माइंडसेट चेंज हो गया है उनका माइंडसेट भी चेंज हो गया है तो माइंडसेट चेंज होने की वजह से है कि आसपास आप चीज़ें देखते हो शहर में उसी हिसाब से डेवलपमेंट होती है अभी मैं वही देख रहा था जैसे ढांगू रोड अपनी मुझे लग रहा है आने वाले 2-3 सालों में ढांगू रोड का तो नक्शा बदल जाएगा इट्स गोइंग टू बी मतलब ये बिल्कुल ही अलग तरह की चीज़ हो जाएगी वहाँ पे रेस्टोरेंट्स या पब्स वगैरह जो आने वाले जो मुझे लगता है अगले 3 सालों में वो वाला कल्चर आ जाएगा और जो आपका डलहौजी रोड की तरफ है जितने मॉल्स आपके बने हैं डलहौजी रोड जितने आपके शॉपिंग कॉम्प्लेक्स है तो वो अब सारा बाइफरकेट हो गया है जैसे पठानकोट का क्राउड था थोड़ा मतलब यहाँ पे भी डेवलपमेंट हो गई है उस साइड भी डेवलपमेंट हो गई है पहले आपको कोई चीज़ लेनी होती थी चलो हम गांधी चौक चलें मेन बाज़ार वही होता था अब ये है ट्रैफिक है लोगों की जनसंख्या बढ़ गई है लोगों का होराइज़न बदल गया है तो अब मतलब एक अलग ही वाइब एक अलग ही पॉजिटिविटी देखने को मिलती है मैं आसपास देखता हूँ कि लोगों के पास अभी जो यंगस्टर्स हैं वो अपनी हॉबीज़ परस्यू कर रहे हैं कोई साइकिलिंग का किसी का ग्रुप है मैं हैरान हो गया मैं लास्ट ईयर आया मैंने कहा यार दिस इज सच अ वंडरफुल थिंग कितनी ਵਧੀਆ ਗੱਲ ਹੈ ग्रो कर गया ਪਠਾਨਕੋਟ ਕਿੰਨਾ ਵਧੀਆ मतलब ग्रो चलो बाकी चीज़ां ਤੇ ग्रो ਬਾਅਦ ਚ ਹੁੰਦੀ ਹੈ ਪਹਿਲੇ ਤੁਹਾਡਾ ਮਾਈਂਡਸੈਟ ग्रो ਹੁੰਦਾ ਹੈ ਮੈਂ ਆ ਕੇ ਮੈਂ ਵੇਖਿਆ ਯਾਰ ਲੋਕਾਂ ਦਾ ਸਾਈਕਲਿੰਗ ਦਾ ਗਰੁੱਪ ਬਣਿਆ ਹੋਇਆ ਹੈ ਕਿੰਨੀ ਵਧੀਆ ਗੱਲ ਹੈ ਲੋਕਾਂ ਦਾ ਬਾਈਕਿੰਗ ਦਾ ग्रुप ਬਣਿਆ ਹੈ कोई अपने बाइक्स पे संडेज़ को बाइक्स पे जाते हैं लोग अपनी हॉबीज़ परस्यू कर रहे हैं एनजीओज आ रहे हैं नवे हाँ लोग अपनी हॉबीज़ परस्यू करते हैं जब आप अपनी हॉबीज़ परस्यू कर रहे हो सो देन यू फील मतलब तब तो लगता है कि ना एक जो हैप्पीनेस कोटेंट होता है जो मतलब शहर का एक पॉजिटिविटी वाला माहौल है वो निकलता है तो ये मुझे बहुत फ़र्क लगा तब में और अब में जी ਅੰਕੁਰ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿਉਂਕਿ ਕਈ ਦਰਸ਼ਕ ਐਸੇ ਨੇ ਜਿਹੜੇ ਡਿਫਾਈਨ ਨਹੀਂ ਕਰ ਪਾਣਗੇ ਕਿ ਉਦੋਂ ਦੇ ਅੰਕੁਰ ਤੇ ਹੁਣ ਦੇ ਅੰਕੁਰ 'ਚ ਫਰਕ ਆ ਗਿਆ ਪਹਿਲਾ ਬ੍ਰੇਕ ਕਿਸ ਤਰ੍ਹਾਂ ਮਿਲਿਆ ਦਰਸ਼ਕਾਂ ਨੂੰ ਇਹ ਦੱਸੋ ਕਿ ਪਹਿਲਾ ਬ੍ਰੇਕ ਜਿਹੜਾ ਤੁਹਾਨੂੰ ਮਿਲਿਆ ਉਹ ਕਿਸ ਐਂਗਲ ਤੋਂ ਮਿਲਿਆ ਸੀ पहले मैं दिल्ली एजुकेशन कर रहा सी मैं पढ़ाई कर रहा सी दिल्ली इकनॉमिक्स ऑनर्स तब मैं मॉडलिंग ट्राई किया ग्लैडरैग्स मैनहट्टन नॉर्थ इंडिया विनर सी मैं 2001 में नॉर्थ इंडिया विनर तो उसके बाद मैं बॉम्बे चला गया मैं क्या चलो बॉम्बे जाके कुछ करिए कोई प्लेटफॉर्म मिले अपनी ग्रेजुएशन कंप्लीट की मैं बॉम्बे चला गया बॉम्बे जाके फिर मैनू जाते ही थोड़े महीना बाद मैनू ब्रेक मिल गया कसौटी ज़िंदगी की तो कसौटी ज़िंदगी की उसमें मेरा था किरदार सुब्रोतो का था सुब्रोतो वो किया वो छोड़ा उसके बाद मुझे कश्मीर मिल गया कश्मीर के बाद जीत देश में निकला होगा चांद रेत वो रहने वाली महलों की लेफ़्ट राइट लेफ़्ट उसके बाद एक के बाद तमाम सियाह के राम मेरी दुर्गा तो एक के बाद एक चीज़ें चलती रही महाराणा प्रताप ਵੱਡਾ ਬ੍ਰੇਕ ਜਿਹਨੂੰ ਅਸੀਂ ਕਹੀਏ ਤੁਹਾਨੂੰ ਵੀ ਲੱਗਾ ਕਿ ਨਹੀਂ ਇਹ ਵਾਲਾ ਬ੍ਰੇਕ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਬ੍ਰੇਕ वो तो आने वाला है वो आऊगा वो कहते ने पौड़ी पौड़ी चढ़ते जाओ जय माता दी करते जाओ वही गल है हर स्टैप जेड़ा होया वो वधिया होया पहले तो हर स्टैप वधिया है पहला स्टैप सी ग्लैडरैग्स वो बहुत वधिया सी वो मेरे लिए वधिया गल सी पहली बार पठानकोट में जब मैं आया था मुझे आज भी याद है उस टाइम पे ये इधर मतलब मैगजीन्स तो इधर भाटिया वो स्टोर होता था भाटिया बुक डिपो तो मतलब वो क्या उनके पास ग्लैडरैग्स आती थी उस जिस एडिशन में मैं था जिस इशू में मैं था कहते इतनी मतलब जल्दी ये मैगज़ीन आज तक पठानकोट में बिकी नहीं तो सारी कॉपीज़ बिकी हाँ उसकी कॉपीज़ बड़ी जल्दी बिकी थी उन्होंने दोबारा से मंगवाई थी तो मतलब ठीक है आप जब कुछ नया करते हो आपके शहर के लिए यू रिप्रेजेंट योर सिटी तो मेरी आज भी मुझे याद है इंट्रोडक्शन जब मैं ग्लैडरैग्स के मंच पे भी खड़ा था जो पूरा जो नॉर्थ इंडिया का मंच था और जो पूरे इंडिया का पूरा मंच था मैं जो उस पर खड़ा था उसमें मेरी इंट्रोडक्शन यही थी आई एम अंकुर नैयर फ्रॉम पठानकोट पंजाब तो आई एम अ प्रोवर्बियल डार्क हॉर्स यू बेट ऑन मी एंड आई एश्योर आई विल नॉट लेट यू डाउन तो ये तब भी मेरी इंट्रोडक्शन थी मैं शुरू से
मैं हमेशा यही कहता रहा हूँ जहाँ भी मैं गया हूँ, आई एम फ्रॉम पठानकोट पंजाब। तो मतलब वो एक अलग ही अपने को आपको अच्छा लगता है यार, अब अपने शहर के लिए कुछ कर रहे हो, मतलब आप कुछ कर भी नहीं रहे, बट समहाउ यू फील प्राउड, आई फील प्राउड टू बी फ्रॉम पठानकोट। मुझे अच्छा लगता है वो। ਅੰਕੁਰ ਜੀ ਇੱਕ ਸਮਾਂ ਸੀਗਾ ਕਿ ਫਿਲਮ ਲਾਈਨ ਦੇ ਵਿੱਚ ਕੰਮ ਕਰਨਾ ਜਾਂ ਸੀਰੀਅਲਸ ਦੇ ਵਿੱਚ ਕੰਮ ਕਰਨਾ ਬੜਾ ਟਫ ਸੀਗਾ, ਇੱਕ ਪਠਾਨਕੋਟ ਵਰਗੇ ਸ਼ਹਿਰ ਦੇ ਵਿੱਚੋਂ ਉੱਠ ਕੇ ਅਗਰ ਇੱਕ ਨੌਜਵਾਨ ਜਾਂਦਾ ਹੈ। ਔਰ ਅੱਜ ਦਾ ਇੱਕ ਸਮਾਂ ਹੈ ਕਿ ਸੋਸ਼ਲ ਮੀਡੀਆ ਤੇ ਅਗਰ ਤੁਹਾਡੀ ਇੱਕ ਛੋਟੀ ਜਿਹੀ ਕਲਿੱਪ ਵੀ ਵਾਇਰਲ ਹੋ ਜਾਂਦੀ ਹੈ ਤੇ ਤੁਸੀਂ ਲਗਭਗ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾਇਰਲ ਹੋ ਜਾਂਦੇ ਹੋ। ਅੱਜ ਦੇ ਜਿਹੜੇ ਬੱਚੇ ਟਰਾਈ ਕਰ ਰਹੇ ਨੇ, ਲਾਈਕ ਜਿਸ ਉਮਰ 'ਚ ਤੁਸੀਂ ਸੀਗੇ ਉਸ ਉਮਰ 'ਚ ਜਿਹੜੇ ਬੱਚੇ ਅੱਜ ਲੱਗੇ ਨੇ, ਭਾਵੇਂ ਕੁੜੀਆਂ ਨੇ ਭਾਵੇਂ ਮੁੰਡੇ ਨੇ ਜਾਂ ਆਰਟਿਸਟ ਨੇ, ਉਹਨਾਂ ਵਾਸਤੇ ਕੀ ਈਜ਼ੀ ਹੈ? ਸੋਸ਼ਲ ਮੀਡੀਆ ਈਜ਼ੀ ਹੈ ਜਾਂ ਫਿਰ ਰੀਅਲ ਟੈਲੈਂਟ ਉੱਥੇ ਜਾ ਕੇ ਕਿਸ ਉਹਨਾਂ ਨੂੰ ਤੁਸੀਂ ਕੀ संदेश देना चाहोगे कि वो किस तरह ट्राई करें, किस एंगल तो ट्राई करें? देखिए क्या होता है सोशल मीडिया की, अगर आप बात करते हो सोशल मीडिया का एक लिमिटेशन है। हाँ, जो आप देखो, जैसे अगर आप TRPs की बात करते हो, टीवी में अगर आपका शो चलता है तो TRPs की वजह से चलता है। आप फिल्मों की बात करते हो तो आप बॉक्स ऑफिस की वजह से बात करते हो। मतलब अगर इफ़ यू आर एन एक्टर, आप एक्टर हो तो मतलब आप कितनी TRPs लेके आ सकते हो, रेटिंग पॉइंट टीवी में। हाँ, तो उससे डिपेंड करता है उसका। अब ये है दोनों दे बोथ को एग्जिस्ट, सोशल मीडिया और आपका जो टैलेंट है, दे बोथ को एग्जिस्ट। आज के टाइम में सोशल मीडिया बहुत इंपॉर्टेंट है, बहुत इंपॉर्टेंट है। मतलब द बेस्ट ऑफ द एक्टर्स, उनको प्रमोट अपनी चीज़ें करनी है, सारे कुछ करना है, तो सोशल मीडिया बहुत इंपॉर्टेंट है। इट्स बहुत इंपॉर्टेंट है टू प्रमोट योर सेल्फ। हाँ, पर ये नहीं है कि आप उसको इट्स सब्सिट्यूट नहीं हो सकता सोशल मीडिया। हाँ, आपके सोशल मीडिया के फॉलोअर्स, आपके टैलेंट, आपकी एक्टिंग के सब्सिट्यूट नहीं हो सकते। हाँ, अगर आपको इस इंडस्ट्री में कुछ करना है, हब इज़, अगर आपको हिंदी इंडस्ट्री में कुछ करना है तो आपका हब तो मुंबई ही है। आप पंजाबी इंडस्ट्री कर रहे हो तो हब पंजाब है। आप अगर फिल्मों में जाना चाहते हो, सीरियल्स में जाना चाहते हो, आजकल तो ये हो गया, चलो आजकल ये है कि प्लेटफॉर्म बहुत बढ़ गया है। हाँ, आपको वेब ये क्या के अंदर है, नेटफ्लिक्स, अमेज़ॉन, हॉटस्टार, बड़े बड़े प्लेटफॉर्म आ गए हैं, तो आपके लिए स्कोप बहुत बढ़ जाता है। एज एन एक्टर आपके लिए स्कोप बहुत बढ़ जाता है, इवन टू परफॉर्म। जो पहले आपकी लिमिटेशंस होती थी, हाँ, एक आपका क्या होता था कुछ साल पहले तक, अगर मैं कहूँगा टीवी में आपको परफॉर्म करने का एक दायरा होता था। हाँ, आप अच्छे पति हो, अच्छे बेटे हो, हैं, अच्छे हस्बैंड हो, अच्छा मतलब अच्छे भाई हो, सिर्फ आपके ये दायरा होता था। हैं, मतलब अवार्ड्स भी हमारे ऐसे होते थे, बेस्ट ब्रदर, बेस्ट सिस्टर, बेस्ट हस्बैंड। अभी नेट ये ऑनलाइन वेब कंटेंट के आने की वजह से ये हो गया कि आप अपने इतने एवेन्यूज़, इतने आप खुद को एक्सप्लोर कर रहे हो, जो आप कहीं उस एक टाइम पे लॉस्ट हो गए थे कि यार यही करना है, आप हाँ बंद के रह गए थे, आपको यही चीज़, अब आप खुल गए हो, अब वो चीज़ होगी। अगर आपको किसी कंटेंट में लगता है गालियाँ भी निकालनी है, कुछ करना है, तो यू फील फ्री। मतलब जैसे आप आपके फ्लेवर का आपको प्लेटफॉर्म मिल जाएगा, प्लेटफॉर्म मिल जाता है। आप जो रोज़मर्रा की ज़िंदगी में बात करते हो, वैसे आजकल नॉर्मल हो गया। अब जो बात कर रहे थे कि आप सोशल मीडिया में ऐसा नहीं होता कि अगर आप सोशल मीडिया में बहुत बड़े स्टार हो, उसका मतलब ये नहीं है कि आप टीवी में या फिल्मों में या नेट में इतने बड़े स्टार बन जाओगे, अनलेस अनटिल यू हैव दैट इन यू। हाँ, जैसे अगर टीवी जो फिल्म के या टीवी के बहुत बड़े स्टार्स हैं, दे कैन बी बिग स्टार्स इन सोशल मीडिया, बट इट्स नॉट द अदर वे अराउंड। वो चीज़ है, तो आपको तो वही चीज़ करना पड़ेगा, आपको तो मुंबई आना पड़ेगा अगर आपको हिंदी में करना। स्ट्रगल तब ज़्यादा टफ थी या अब ज़्यादा टफ है? मतलब जे उदों की गल करिए ਅਸੀਂ ਜਦੋਂ ਤੁਸੀਂ ਗਏ ਸੀ ਬੰਬੇ, ਔਰ ਅੱਜ ਜਿਹੜੇ ਬੱਚੇ ਜਾਂਦੇ ਨੇ, ਹੁਣ ਜ਼ਿਆਦਾ ਸਟਰਗਲ ਔਖੀ ਹੈ ਜਾਂ ਉਦੋਂ ਜ਼ਿਆਦਾ ਔਖੀ ਸੀਗੀ? ਜਿਹੜੇ ਫਿਲਮ ਸਿਟੀਜ਼ ਵਗੈਰਾ ਦੇ ਚੱਕਰ ਲਗਾਣੇ ਜਾਂ ਡਾਇਰੈਕਟਰਸ ਦੇ, ਪ੍ਰੋਡਿਊਸਰਸ ਦੇ, ਉਦੋਂ ਜ਼ਿਆਦਾ ਟਫ ਸੀਗਾ, ਅੱਜ ਜ਼ਿਆਦਾ ਟਫ ਹੈ? देखिए, हर ना गल दे दो पहलू होंगे ने। हाँ, पहले टफ भी सीगा, पहले ईजी भी सीगा, आजकल टफ भी है, आजकल ईजी भी है। पहले की होंदा सी तुहानू अपना पोर्टफोलियो बनाना है। हाँ, पहले कैमरा नहीं होंदे सी कि आप चलो अपनी सैल्फी खींच ली, तुसी अपनी सैल्फी खींच ली, डिजिटलाइजेशन नहीं सी। अपनी सैल्फी खींच ली, तुसी अपना बना लिया, वीडियो बना लिया, तुसी अगे डायरैक्टर ने, प्रोड्यूसर ने सोशल मीडिया ते पाता, इस तरह नहीं सी। तुसी तुहानू जाना होंदा अपना, तुसी पोर्टफोलियो बनांदे सी। पोर्टफोलियो दे भी प्रॉपर बड़े महंगे पोर्टफोलियो बनते सी। बाद च तुहानू पिक्चरां डेवलप करनी, एक पिक्चर 100 रुपए की, 150 रुपए की पिक्चर बनती सी, बड़ा साइज़। वो तुहानू जाके तुहानू प्रोड्यूसर्स नू देना है, उन्होंने मिलना है जाके। तो बॉम्बे एक जगह होंदी सी फेमस स्टूडियो, सारे ऑडिशन उत्थे होंदे सी टाउन साइड, टाउन महालक्ष्मी दे कोल, रेस कोर्स दे कोल फेमस स्टूडियो, उत्थे सारे जाके ऑडिशन होंदे सी।
ਹੁਣ ਆਹਿਸਤਾ ਆਹਿਸਤਾ ਚੀਜ਼ਾਂ ਬਦਲ ਗਈਆਂ ਚੀਜ਼ਾਂ ये आजकल ये हो गया है कि चलो तुसी अब घर बैठे हो, मैं जैसे पठानकोट हाँ, मैं ऑलरेडी कुछ काम कर रहे हैं, जो भी चीज़ है मैं पठानकोट है, चलो मेरी कोई प्रोड्यूसर किसी को कोई गल दी लोड़ है, ये मैं है हाँ एक क्लिक चाहिए चलो तुसी घर बैठे बैठे सब कर सकते हो। हुण गल ये हो गई है कि पहले तुहाडे कोल एवेन्यूज़ बेशक घट सी हाँ एवेन्यूज़ बेशक घट सी पर तुहाडी पहचान ज़्यादा सी। तुसी जे एक सीरियल भी कर लिया हाँ लोगों को होंदा सा ओ वाह पहले जेरे सीरियल होंदे थे कसौटी ज़िंदगी की ये क्या नाम है इसका देश में निकला होगा चांद लगा लो, कसौटी ज़िंदगी की प्लेटफॉर्म बहुत ज़्यादा नहीं सीगे। तो स्टार टीवी ZTV सोनी ये 3 चैनल सीगे हाँ तो उत्थे तुहाडी स्टारडम भी ज़्यादा सीगी। हुण की हो गया हुण एवेन्यूज़ इन्ने ज़्यादा हो गए ने, प्लेटफॉर्म इन्ने ज़्यादा हो गए तुसी जे बहुत सारा काम भी किया कई बारी फिर भी कई बारी लोगों को नहीं पता चलता कि यार नहीं किथे OTT किथे Netflix किथे उत्थे वो कन्फ्यूजन हो गई है। चैनल भी तुहाडे इन्ने चैनल हो गए ने, तुहाडे OTT भी बड़ी हो गई है तो हर चीज़ दे प्रोज एंड कॉन ने। ईजी तद भी ईजी सी आजकल भी ईजी है तद भी कुल मिला के कि टैलेंट होएगा तो ਤੁਸੀਂ ਕੁਝ ਕਰ ਪਾਓਗੇ, ਬਿਨਾਂ ਟੈਲੈਂਟ ਤੋਂ ਕੁਝ ਨਹੀਂ। ਬਿਲਕੁਲ ਇਹ ਗੱਲ ਤੇ ਹੈਗੀ ਜੀ ਤੇ ਜੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਇੱਕ ਵੱਡਾ ਬ੍ਰੇਕ ਤੁਹਾਡਾ ਆਉਣ ਵਾਲਾ, ਜੇ ਅਸੀਂ ਗੱਲ ਕਰੀਏ ਕਿ ਤੁਹਾਡੇ ਪ੍ਰੋਜੈਕਟ ਨੈਕਸਟ ਜਿਹੜੇ ਆਉਣ ਵਾਲੇ ਕਿਹੜੇ ਨੇ, ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਜਿਹੜੇ ਤੁਸੀਂ ਜਿਨ੍ਹਾਂ ਤੇ ਤੁਸੀਂ ਕੰਮ ਕਰ ਰਹੇ ਹੋ ਜਾਂ ਪਲੈਨਿੰਗ ਚੱਲ ਰਹੀ ਹੈ। जी आजकल मैं ਜਿਹੜਾ ਕੰਮ ਕਰ ਰਿਹਾ आजकल मैं कर रहा हॉटस्टार ਦੀ ਸੀਰੀਜ਼ ਹੈਗੀ ਹੈ, ਡਿਜ਼ਨੀ ਹੌਟਸਟਾਰ ਉਹਦੀ ਸੀਰੀਜ਼ ਹੈ ਤੇ ਉਹਦੇ ਤੇ ਕੰਮ ਚੱਲ ਰਿਹਾ ਤੇ ਕਿਸ ਤਰ੍ਹਾਂ ਦੀ ਲੁੱਕ ਦੇਖਣ ਨੂੰ ਮਿਲੇ, ਕਿਸ ਤਰ੍ਹਾਂ ਦਾ ਰੋਲ ਦੇਖਣ ਨੂੰ ਮਿਲਿਆ? ਹਲਕਾ ਜਿਹਾ, ਪੂਰਾ ਤਾਂ ਨਹੀਂ ਤੁਸੀਂ ਦੱਸ ਸਕਦੇ, ਪਰ ਕਿਸ ਤਰ੍ਹਾਂ ਮਤਲਬ ਫਲੇਵਰ ਚੇਂਜ ਹੋਏਗਾ ਕੋਈ ਜਾਂ ਪਹਿਲਾਂ ਤੁਸੀਂ ਕਰ ਚੁੱਕੇ ਹੋ? ਨਹੀਂ ਉਹ ਅਲੱਗ ਹੀ ਹੈਗਾ ਹਾਂ, ਥੋੜਾ ਜੰਗਲਾਂ 'ਚ ਹੈਗਾ ਉਸ ਤਰ੍ਹਾਂ ਦਾ ਹੈਗਾ, ਅਲੱਗ ਟਾਈਪ ਦਾ ਫਲੇਵਰ ਹੈ, ਮੋਰ ਨੈਚੁਰਲ ਸਾਈਡ ਹੈਗਾ। ਵੈਬ ਮੇਰੀ ਵੀ ਵੈਬ ਤੇ ਜਾਣ ਲਈ ਇੱਕ ਪਹਿਲੀ ਸੀੜੀ ਹੈ। ਜੇ ਵੱਡੇ ਪਰਦੇ ਦੀ ਗੱਲ ਕਰੀਏ ਤੇ ਵੱਡੇ ਪਰਦੇ ਤੇ ਕੋਈ ਪਲਾਨ ਹੈਗਾ, ਕੋਈ ਕਿਸੇ ਬੈਨਰ ਦੇ ਨਾਲ ਕੋਈ ਤੁਹਾਡਾ ਐਗਰੀਮੈਂਟ ਹੋਇਆ ਹੋਇਆ ਜਾਂ ਕੁਝ ਹੋਇਆ ਹੋਇਆ ਤੁਹਾਡਾ? ਨਹੀਂ ਅੱਜਕੱਲ ਵੱਡਾ ਪਰਦਾ ਤੇ ਵੱਡੇ ਪਰਦੇ ਦੇ ਸਾਰੇ ਤੁਹਾਡੇ ਨੈਟ ਤੇ ਆ ਗਏ ਨੇ। ਜੀ ਵੱਡੇ ਪਰਦੇ ਤੇ ਤਾਂ ਕੁਝ ਆ ਹੀ ਨਹੀਂ ਰਿਹਾ। ਮਤਲਬ ਅੱਜ ਵੀ ਇੱਕ ਛੋਟਾ ਜਿਹਾ ਕ੍ਰੇਜ਼ ਹੈਗਾ ਲੋਕਾਂ ਦੇ ਵਿੱਚ, ਇਹ ਚੀਜ਼ ਹੈਗੀ ਹੈ ਕਿ ਵੱਡਾ ਪਰਦਾ, ਵੱਡਾ ਬੈਨਰ, ਮਤਲਬ ਜਿੰਨੇ ਵੀ ਸਾਡੇ ਮਸ਼ਹੂਰ ਬੈਨਰਸ ਹੈ, ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ? ਹਾਂ ਜਿਹੜਾ ਇਹ ਹੈ ਤੇ ਬਹੁਤ ਵੱਡਾ ਬੈਨਰ ਹੈ, ਬਹੁਤ ਵੱਡਾ ਸਿਲਵਰ ਸਕਰੀਨ ਦੀ ਗੱਲ ਕਰ ਰਹੇ ਹਾਂ, ਮਤਲਬ ਅਗਰ ਡਾਇਰੈਕਟ ਨਹੀਂ ਪਰ ਇਹ ਹੈ ਵੱਡਾ ਬੈਨਰ। ਇਹਦਾ ਬਜਟ ਵੀ ਬੜੀ ਫਿਲਮਾਂ ਵਾਲਾ ਬਜਟ ਹੈਗਾ ਅੱਜਕੱਲ ਟ੍ਰੈਂਡ ਹੈ ਅੱਜਕੱਲ। ਹਾਂ ਪਰ ਇਹ ਆ ਰਿਹਾ ਅੱਜਕੱਲ ਸਾਰੀ ਚੀਜ਼ਾਂ OTT ਤੇ ਆ ਰਹੀਆਂ ਨੇ। OTT ਜੈਪ ਤੁਸੀਂ ਸਾਰੀ ਫਿਲਮਾਂ ਤੁਸੀਂ ਗੱਲ ਕਰ ਲਓ, ਤੁਸੀਂ ਬੈਲ ਬੋਟਮ ਦੇਖ ਲਓ, ਤੁਸੀਂ ਬੁੱਝ ਦੇਖ ਲਓ, ਅਜੇ ਦੇਵਗਨ ਦੀ ਸਾਰੀ ਫਿਲਮਾਂ ਸਭ ਕੁਝ ਹੀ ਅੱਜਕੱਲ OTT ਆ ਰਿਹਾ, ਫਿਊਚਰ ਹੀ ਹੈ। ਤੇ ਜੀ ਹੁਣ ਜੇ ਅਸੀਂ ਜੋ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ ਅਗਰ ਕਿਸੇ ਪਠਾਨਕੋਟ ਦੇ ਇੱਕ ਬੰਦੇ ਨੇ ਜਾਂ ਕਿਸੇ ਆਰਟਿਸਟ ਨੇ ਅਗਰ ਮੁੰਬਈ ਜਾ ਕੇ ਸਟਰਗਲ ਕਰਨੀ ਹੈ, ਸਭ ਤੋਂ ਪਹਿਲਾ ਕੰਮ ਉਹ ਕੀ ਕਰੇ? ਸਟਰਗਲ ਕਰਨੀ ਹੋ ਸਭ ਤੋਂ ਪਹਿਲਾ ਕੰਮ ਤੇ ਇਹ ਹੋਣਾ ਚਾਹੀਦਾ, ਤੁਹਾਡਾ ਬੈਕਅਪ ਹੋਣਾ ਚਾਹੀਦਾ। ਤੁਹਾਡਾ ਬੈਕਅਪ ਹੋਣਾ ਬੜਾ ਜ਼ਰੂਰੀ ਹੈ ਕਿ ਚਲੋ ਤੁਸੀਂ ਆਪਣੇ ਲਈ ਤੁਹਾਨੂੰ ਇੱਕ ਟਾਈਮ ਫਰੇਮ ਸੈੱਟ ਕਰਨਾ ਪੈਣਾ ਹੈ। ਜੇ ਤੁਹਾਨੂੰ ਪਤਾ ਹੈ ਕਿ ਹਾਂ ਮੈਂ ਬੜਾ ਟੈਲੈਂਟਡ ਹੈ, ਇਹ ਬੜੀ ਇੰਪੋਰਟੈਂਟ ਚੀਜ਼ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ 'ਚ ਕੋਈ ਟੈਲੈਂਟ ਹੈ, ਕੀ ਗੱਲ ਹੈ, ਕੋਈ ਚੀਜ਼ ਹੋਣੀ ਚਾਹੀਦੀ ਆਪਸ। ਕਿਉਂਕਿ ਇਹ ਸਵਾਲ ਮੇਰਾ ਤਾਂ ਆਇਆ ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਉੱਥੇ ਜਾ ਕੇ ਬਹੁਤ ਪੈਸੇ ਖਰਚ ਹੁੰਦੇ ਨੇ ਤੇ ਜਿਨ੍ਹਾਂ ਕੋਲ ਪੈਸੇ ਹੁੰਦੇ ਸੀ ਉਹ ਜਾ ਕੇ ਟਰਾਈ ਕਰਦੇ ਸੀਗੇ ਤੇ ਜਿਨ੍ਹਾਂ ਕੋਲ ਪੈਸੇ ਨਹੀਂ ਉਹ ਵਿਚਾਰੇ ਸੋਚਦੇ ਵੀ ਨਹੀਂ ਸੀ। ਕਿਆ ਹੁਣ ਇਸ ਤਰ੍ਹਾਂ ਦਾ ਕੋਈ ਮਾਹੌਲ ਉੱਥੇ ਹੈ ਕਿ ਉਸ ਲੈਵਲ ਦੇ ਪੈਸੇ ਨਾ ਲੱਗਦੇ ਹੋਣ, ਅਗਰ ਟੈਲੈਂਟ ਹੈ ਤੇ ਨੰਬਰ ਆ ਜਾਏਗਾ? ਨਹੀਂ ਦੇਖੋ ਤੁਹਾਨੂੰ ਸਟਰਗਲ ਤਾਂ ਉਹੀ ਹੈ, ਉਹ ਤਾਂ ਤੁਹਾਨੂੰ ਕਰਨੀ ਪੈਣੀ ਹੈ। ਦੇਖੋ ਕਿੰਨੇ ਲੋਕੀ ਹੈਗੇ ਨੇ ਜੋ 10 ਸਾਲ 15 ਸਾਲ ਸਟਰਗਲ ਕਰਦੇ ਨੇ, ਉਹਦੇ ਬਾਅਦ ਜਦ ਬ੍ਰੇਕ ਮਿਲਦਾ ਤਾਂ ਵਾਹ ਬਈ ਵਾਹ ਕੀ ਬ੍ਰੇਕ ਮਿਲਦਾ। ਕਈ ਲੋਕੀ ਹੁੰਦੇ ਨੇ ਜਿਹਨਾਂ ਨੂੰ ਜਾਂਦੇ ਹੀ ਬ੍ਰੇਕ ਮਿਲ ਜਾਂਦਾ। ਸੋ ਡੈਸਟਨੀ 'ਤੇ ਡਿਪੈਂਡ ਕਰਦਾ, ਤੁਹਾਡੀ ਵਿਲ ਪਾਵਰ, ਤੁਹਾਡੀ ਡੈਸਟਨੀ, ਦੋ ਚੀਜ਼ਾਂ ਹੁੰਦੀਆਂ। ਇੱਕ ਤੇ ਤੁਹਾਨੂੰ ਜੇ ਤੁਹਾਡੇ 'ਚ ਇੰਨਾ ਟੈਲੈਂਟ ਹੈ ਕਿ ਹਾਂ ਯਾਰ ਯਹੀ ਮੇਰੀ ਜ਼ਿੰਦਗੀ ਹੈ, ਕੱਲ ਕੋ ਮੈਂ ਜੀਊਂ ਮਰੂੰ ਜੋ ਵੀ ਹੈ, ਦਿਸ ਇਜ਼ ਵਾਟ ਆਈ ਵਾਂਟ ਟੂ ਬੀ ਐਂਡ ਦਿਸ ਇਜ਼ ਵੇਅਰ ਆਈ ਵਾਂਟ ਟੂ ਬੀ, ਤਾਂ ਤੁਹਾਡੇ ਲਈ ਨੋ ਲੁਕਿੰਗ ਬੈਕ। ਅਗਰ ਤੁਹਾਡਾ ਕੰਟਰੀਬਿਊਸ਼ਨ ਮੈਂ ਕਹਾਂ ਕਿ ਅਗਰ ਤੁਹਾਡੇ ਕੋਲ ਕੋਈ ਆ ਕੇ ਅੱਛਾ ਆਰਟਿਸਟ ਹੈਲਪ ਮੰਗਦਾ ਤੇ ਕੀ ਉਮੀਦ ਕਰਨ ਪਠਾਨਕੋਟ ਦੇ ਸਟੂਡੈਂਟਸ ਜਾਂ ਪਠਾਨਕੋਟ ਦੇ ਆਰਟਿਸਟ? ਨਹੀਂ ਦੇਖੀਏ ਜੇ ਮੇਰੇ ਕੋਲ ਕੋਈ ਆਏਗਾ, ਜੇ ਕਿਸੇ ਨੂੰ ਹੈਲਪ ਚਾਹੀ ਹੋਈ, ਜਿਹੜਾ ਮੇਰਾ ਕੰਟੈਕਟ ਹੈ ਕੁਛ ਹੈ, ਮੈਂ ਤਾਂ ਡੈਫੀਨਿਟਲੀ ਉਹਨਾਂ ਦੇ ਨਾਲ ਗੱਲ ਕਰਾਂਗਾ। ਪਹਿਲੇ ਮੈਂ ਪੁੱਛਾਂਗਾ ਅੱਛਾ ਕੀ ਤੁਹਾਡੇ ਨਾਲ ਕੀ ਹੈਗਾ ਤੁਹਾਡਾ, ਹਾਓ ਤੁਸੀਂ ਜਦ ਕਿਸੇ ਨੂੰ ਰਿਕਮੈਂਡ ਵੀ ਕਰਦੇ ਹੋ तो सामने वाले ने ਤੁਹਾਡੇ ਤੇ भरोसा होता है। जो आपने किसी के साथ काम किया उसको आप पे भरोसा है, एक आपकी रिस्पेक्ट है, तो आपकी रिकमेंडेशन को कंसिडर करता है। तो आपको खुद इतना सामने वाले पे भरोसा होना चाहिए कि आप उसको रिकमेंड कर सकते हो या नहीं कर सकते, वो अच्छा एक्टर है या अच्छा डांसर है या अच्छा कोई उसके अंदर टैलेंट है, कोई चीज़ है,
वो भी एक चीज़ बड़ी इंपॉर्टेंट है। अगर आपके अंदर है तो डेफिनेटली जितने मेरे एवेन्यूज़ होंगे, जितना मेरे जो मतलब कॉन्टैक्ट्स होंगे, मैं बिल्कुल, मेरी तो बिल्कुल कोशिश होगी पठानकोट ਦਾ ਨਾਂ ਹੋਰ ਅੱਗੇ ਜਾਏ। ਜੀ ਜੀ ਹੈ ਬਹੁਤ ਬਹੁਤ ਸ਼ੁਕਰੀਆ ਅੰਕਲ ਜੀ, ਤੁਸੀਂ ਕੀਮਤੀ ਸਮੇਂ ਕੱਢ ਕੇ ਸਾਨੂੰ ਆਪਣਾ ਸਮਾਂ ਦਿੱਤਾ। ਔਰ ਪੰਜਾਬੀ ਤੁਹਾਡੇ ਵਾਸਤੇ ਥੋੜੀ ਜਿਹੀ ਟਫ ਸੀਗੀ, ਪਰ ਬੜੀ ਅੱਛੀ ਪੰਜਾਬੀ ਤੁਸੀਂ ਬੋਲੀ। ਔਰ ਪਠਾਨਕੋਟ ਨੂੰ ਕਿਤੇ ਨਾ ਕਿਤੇ ਸੁਣ ਕੇ ਖੁਸ਼ੀ ਵੀ ਹੋਵੇਗੀ ਕਿ ਤੁਸੀਂ ਘੱਟੋ ਘੱਟ ਪੰਜਾਬੀ ਅਜੇ ਭੁੱਲੇ ਨਹੀਂ ਹੈਗੇ ਪੂਰੀ ਤਰ੍ਹਾਂ। ਨਹੀਂ ਭੁੱਲ ਸਕਦੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਧੰਨਵਾਦ ਜੀ, ਥੈਂਕ ਯੂ। ਤੇ ਇਹ ਸਨ ਸਾਡੇ ਨਾਲ ਅੰਕੁਰ ਨਾਇਰ, ਜੋ ਕਿ ਫਿਲਮ ਇੰਡਸਟਰੀ ਦੇ ਇੱਕ ਜਾਣਾ ਮਾਨਾ ਚਿਹਰਾ ਨੇ। ਤਮਾਮ ਸੀਰੀਅਲਸ ਜਿਹੜੇ ਉਹਨਾਂ ਨੇ ਕੀਤੇ ਨੇ ਔਰ ਜਿੰਨੇ ਵੀ ਪ੍ਰੋਜੈਕਟ ਉਹਨਾਂ ਨੇ ਕੀਤੇ ਤੁਹਾਡੇ ਨਾਲ ਸ਼ੇਅਰ ਕੀਤੇ, ਤੁਸੀਂ ਸਕਰੀਨ ਤੇ ਦੇਖ ਕੇ ਪਹਿਚਾਨ ਵੀ ਲਿਆ ਹੋਵੇਗਾ। ਪਰ ਕਿਤੇ ਨਾ ਕਿਤੇ ਪਠਾਨਕੋਟ ਦੇ ਲਈ ਮਾਣ ਵਾਲੀ ਗੱਲ ਹੈ ਕਿ ਐਡਾ ਵੱਡਾ ਸਟਾਰ ਪਠਾਨਕੋਟ ਤੋਂ ਹੈ। ਜਦੋਂ ਵੀ ਕਿਤੇ ਸਕਰੀਨ ਤੇ ਨਜ਼ਰ ਆਉਂਦਾ ਤੇ ਅਸੀਂ ਕਹਿ ਸਕਦੇ ਕਿ ਨਹੀਂ ਜੀ ਇਹ ਸਾਡੇ ਪਠਾਨਕੋਟ ਦੇ ਸਟਾਰ ਨੇ, ਫਲਾਣੀ ਗਲੀ ਦੇ ਵਿੱਚ ਇਹਨਾਂ ਦਾ ਘਰ ਹੈ। ਕੈਮਰਾਮੈਨ ਮੁਨੀਸ਼ ਦੇ ਨਾਲ ਸੰਜੀਵ ਮੰਗੋਤਰਾ, TNN ਪਠਾਨਕੋਟ।